ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਵੇਕ ਦੇ ਇਸ 9ਵੇਂ ਐਪੀਸੋਡ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਭਾਈ ਖੇਲ, ਮੇਰੇ ਨਾਲ ਸ਼ਬਦ ਦਾ ਪਾਠ ਕਰ ਰਹੇ ਹਨ ਪੁਸ਼ਪਿੰਦਰ ਕੌਰ। ਇਸ ਅੰਕ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 9ਵੇਂ ਅੰਗ ਤੇ ਦਰਜ ਬਾਣੀ ਦੇ ਅਰਥ ਸਮਝਾਂਗੇ। ਪਿੱਛੇ ਅਸੀਂ ਜਪਜੀ ਸਾਹਿਬ ਦੇ ਅਰਥ ਸਮਝੇ, ਉਪਰੰਤ ਰਾਗ ਆਸਾ ਦੀ ਬਾਣੀ ਸ਼ੁਰੂ ਕੀਤੀ। ਸੋਦਰ ਦੀ ਬਾਣੀ ਤੋਂ ਅਸੀਂ ਜਾਣਿਆ ਕਿ ਸੋਦਰ ਦਾ ਸ਼ਬਦ ਸਿਫਤ ਸਲਾਹ ਕਰਨ ਵਾਲਿਆਂ ਦੀ ਜਿਵੇਂ ਆਰਤੀ ਵਰਗੀ ਹਜ਼ੂਰੀ ਗਾਇਨ ਵਾਲੀ ਬਾਣੀ ਹੈ। ਜਪਜੀ ਵਿੱਚ ਸਾਨੂੰ ਕਿਧਰੇ ਵੀ ਮਹਿਲਾ, ਮਹਿਲ, ਰਹਾਓ ਜਾਂ ਘਰ ਵਰਗੇ ਲਫ਼ਜ਼ ਨਹੀਂ ਦਿਖੇ, ਲੇਕਿਨ ਹੁਣ ਉਸ ਤੋਂ ਬਾਅਦ ਦੀ ਬਾਣੀ ਵਿੱਚ ਇਹ ਲਫ਼ਜ਼ ਮਿਲਣਗੇ। ਸ਼ਬਦ ਦੇ ਸਿਰਲੇਖ ਵਿੱਚ ਦਿੱਤੇ ਮਹਿਲਾ ਜਾਂ ਮਹਿਲ ਨੂੰ ਗੁਰੂ ਸਾਹਿਬ ਦੀ ਸਾਖੀ ਗੁਰੂ ਜੋਤ ਦੱਸਣ ਲਈ ਕੀਤਾ ਗਿਆ ਹੈ। ਜਿਵੇਂ ਕਿ ਮਹਿਲਾ ਪਹਿਲਾ ਦਾ ਮਤਲਬ ਹੈ ਪਹਿਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ। ਮਹਿਲਾ ਨੌਵਾਂ ਦਾ ਮਤਲਬ ਹੋਇਆ ਨੌਵੇਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਰਹਾਓ ਦਾ ਮਤਲਬ ਹੈ ਠਹਿਰਾਓ। ਸ਼ਬਦ ਦੀ ਜਿਸ ਪੌੜੀ ਦੇ ਵਿੱਚ ਰਹਾਓ ਆਇਆ ਹੈ ਉਸ ਨੂੰ ਠਹਿਰ ਕੇ ਵਿਚਾਰ ਕਰਨਾ ਹੈ, ਕਿਉਂਕਿ ਇਹੀ ਪੰਕਤੀ ਉਸ ਸ਼ਬਦ ਦਾ ਕੇਂਦਰੀ ਭਾਵ ਹੈ, ਸਿਧਾਂਤਕ ਭਾਵ ਹੈ। ਬਾਕੀ ਸਾਰਾ ਸ਼ਬਦ ਉਸੇ ਭਾਵ ਤੇ ਕੇਂਦਰਿਤ ਹੈ। ਕਾਵਿ ਅਤੇ ਸੰਗੀਤ ਦੇ ਪੱਖ ਤੋਂ ਵੀ ਰਹਾਓ ਵਾਲੀ ਪੰਕਤੀ ਮਹੱਤਵਪੂਰਨ ਹੈ। ਇਸੇ ਤਰ੍ਹਾਂ ਘਰ ਸੰਗੀਤ ਦੇ ਸੂਖਸ਼ਮ ਭੇਦਾਂ ਬਾਰੇ ਜਾਣਕਾਰੀ ਦਿੰਦੇ ਹਨ। ਕੁੱਲ 17 ਘਰ ਹਨ। ਡਾਕਟਰ ਚਰਨ ਸਿੰਘ ਦੀ ਪੁਸਤਕ ਬਾਣੀ ਬਿਉਰਾ ਦੇ ਮੁਤਾਬਕ ਘਰ ਦਾ ਅਰਥ ਇਸ ਦੀ ਤਾਲ ਨਾਲ ਹੈ, ਕਿਉਂਕਿ ਸੁਰ, ਤਾਲ, ਲਏ, ਅੰਗ, ਨਿਆਸ, ਘਰ ਇਹੀ ਗੱਲਾਂ ਰਾਗ ਦੇ ਸਰੂਪ ਬਿਆਨ ਕਰਦੇ ਹਨ। ਇਸ ਲਈ ਜਿੰਨੇ ਤਾਲ ਵਿੱਚ ਜੋ ਰਾਗ ਦਾ ਸ਼ਬਦ ਗਾਉਣਾ ਹੈ ਉਸ ਤਾਲ ਦਾ ਪਤਾ ਨਾਲ ਲਿਖਿਆ ਹੋਇਆ ਹੈ। ਸੋਦਰ ਦੇ ਬਾਅਦ 9 ਹੋਰ ਸ਼ਬਦ ਹਨ ਵੱਖਰੇ ਵੱਖਰੇ ਰਾਗਾਂ ਵਿੱਚ। ਇਹਨਾਂ ਸਾਰਿਆਂ ਨੂੰ ਮਿਲਾ ਕੇ ਇਸ ਬਾਣੀ ਨੂੰ ਰਹਿਰਾਸ ਵੀ ਆਖਦੇ ਹਨ। ਹਾਲਾਂਕਿ ਇਸ ਬਾਣੀ ਦੇ ਸਿਰਲੇਖ ਤੇ ਰਹਿਰਾਸ ਨਹੀਂ ਲਿਖਿਆ ਹੋਇਆ, ਲੇਕਿਨ ਇਸੇ ਬਾਣੀ ਵਿੱਚ ਖੁਦ ਆਇਆ ਹੈ ਹਰ ਕੀਰਤ ਹਮਰੀ ਰਹਿਰਾਸ। आसा महला पहला। सुन वड्डा आखै सब कोए, केवड वड्डा डीठा होए, कीमत पाए न कहया जाए, कहने वाले तेरे रहे समाए। वड्डे मेरे साहिबा गहर गंभीरा, गुणी गहीरा, कोई न जाने तेरा केता केवड चीरा रहाओ। सब सुरती मिल सुरत कमाई, सब कीमत मिल कीमत पाई, ज्ञानी ध्यानी गुर गुर हाई, कहण न जाई तेरी तिल वड्याई। सब सत सब तप सब चंगियाइया, सिद्धा पुरखा की वड्याइया, तुध बिन सिद्धि किने न पाइया, करम मिलै न ही ठाक रहाइया। आखण वाला क्या विचारा, सिफती भरे तेरे पंडारा, जिस तू दे तिसे क्या चारा, नानक सच सवारण हारा। ਪਹਿਲਾਂ ਇਸ ਸ਼ਬਦ ਦੇ ਵਿੱਚ ਸ਼ਬਦਾਂ ਦੇ ਅਰਥ ਜਾਣਦੇ ਹਾਂ, ਜਿਵੇਂ ਸੁਣ ਕੇ, ਸਭ ਕੋਏ, ਹਰ ਇੱਕ ਜੀਵ, ਕੇਵੜ ਕਿੰਨਾ, ਡੀਠਾ ਦੇਖਿਆ ਹੀ, ਹੋਏ ਬਿਆਨ ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ, ਕੀਮਤ ਅਰਥਾਤ ਮੁੱਲ, ਉਹਦੇ ਬਰਾਬਰ ਦੀ ਵਸਤੂ, ਕੀਮਤ ਪਾਏ ਨਾ, ਮੁੱਲ ਨਹੀਂ ਪਾਇਆ ਜਾ ਸਕਦਾ, ਉਸਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ। ਰਹੇ ਸਮਾਏ ਲੀਨ ਹੋ ਜਾਂਦੇ ਹਨ, ਗਹਿਰਾ ਡੂੰਘੇ, ਗੰਭੀਰਾ ਹੈ ਵੱਡੇ ਜਿਗਰੇ ਵਾਲੇ, ਗੁਣੀ ਗਹੀਰਾ ਹੈ ਗੁਣਾ ਕਰਕੇ ਡੂੰਘੇ, हे बेअंत गुणा दे मालक, चीरा पाठ चौड़ाई विस्तार, सब मिल सारियां ने मिल के, सारियां ने एक दूजे की सहायता लैके, सुरती सुरत, सुरती सुरत कमाई, सुरत कमाई, सुरत कमाई, मुड़ मुड़ के समाधि लगाई, सब कीमत मिल कीमत पाई, सब मिल कीमत पाई। ज्ञानी यानी विचारवान, उच्ची समझ वाले, ध्यानी सुरत जोड़न वाले, गुर यानी वड्डे, गुर हाई गुरु भाई, ਵੱਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ। ਗੁਰ ਹਾਈ ਕਈ ਵੱਡੇ ਪ੍ਰਸਿੱਧ। ਗੁਰ ਹਾਈ ਲਫ਼ਜ਼ ਗਿਆਨੀ ਧਿਆਨੀ ਦਾ ਵਿਸ਼ੇਸ਼ਣ ਹੈ। ਤਿਲ ਰੱਤਾ ਜਿਤਨਾ ਵੀ, ਸਤ ਸਭ ਸਾਰੇ ਭਲੇ ਕੰਮ, ਤਪ ਕਸ਼ਟ ਔਖਿਆਈਆਂ, ਚੰਗਿਆਈਆਂ ਚੰਗੇ ਗੁਣ, ਸਿੱਧ ਪੁੱਗੇ ਹੋਏ ਜੀਵਨ ਵਿੱਚ ਸਫਲ ਹੋਏ ਮਨੁੱਖ, ਸਿੱਧੀ ਸਫਲਤਾ ਯਾਨੀ ਕਾਮਯਾਬੀ, ਕਰਮ तेरी मिहर बख्शिश दे राही,
ਠਾਕ ਵਰਜ ਕੇ ਰੋਕ ਕੇ, ਸਿਫਤੀ ਸਿਫਤਾਂ ਦੇ ਨਾਲ ਗੁਣਾਂ ਨਾਲ, ਚਾਰਾ ਜ਼ੋਰ ਤਦਬੀਰ ਯਤਨ। ਹੁਣ ਅਰਥ ਸਮਝਦੇ ਹਾਂ। ਇਹ ਸ਼ਬਦ ਸਨਮੁਖ ਉਸਤਤੀ ਹੈ ਜਿਸ ਵਿੱਚ ਅਕਾਲ ਪੁਰਖ ਦੇ ਕੀਮਤੀ ਭੇਦ ਖੋਲੇ ਗਏ ਹਨ। ਸੁਣ ਵੱਡਾ ਆਖੈ ਸਭ ਕੋਏ। ਹਰ ਇੱਕ ਜੀਵ ਹੋਰਨਾਂ ਪਾਸੋਂ ਸਿਰਫ ਸੁਣ ਕੇ ਹੀ ਕਹਿ ਦਿੰਦਾ ਹੈ ਕਿ हे ਪ੍ਰਭੂ ਤੂੰ ਵੱਡਾ ਹੈ। ਕੇਵਡ ਵੱਡਾ ਡੀਠਾ ਹੋਏ। ਪਰ ਤੂੰ ਕਿੰਨਾ ਵੱਡਾ ਹੈ ਇਹ ਗੱਲ ਤੇਰੇ ਦਰਸ਼ਨ ਕਰਕੇ ਹੀ ਦੱਸੀ ਜਾ ਸਕਦੀ ਹੈ ਕਿ ਤੂੰ ਕਿਤਨਾ ਬੇਅੰਤ ਹੈ। ਤੇਰੇ ਦਰਸ਼ਨ ਕਰਕੇ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈ। ਕੀਮਤ ਪਾਏ ਨਾ ਕਹਿਆ ਜਾਏ। ਨਾ ਤਾਂ ਤੇਰੀ ਕੀਮਤ ਪਾਈ ਜਾ ਸਕਦੀ ਹੈ ਨਾ ਹੀ ਦੱਸੀ ਜਾ ਸਕਦੀ ਹੈ। ਭਾਵ ਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਹੀ ਨਹੀਂ ਜਾ ਸਕਦਾ। ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ। ਜੋ ਤੇਰੀ ਵਡਿਆਈ ਕਰਦੇ ਹਨ ਉਹ ਤਾਂ ਆਪਾ ਭੁੱਲ ਕੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ। ਇਹ ਰਹਾਓ ਦੀ ਪੰਕਤੀ ਹੈ। हे ਮੇਰੇ ਵੱਡੇ ਮਾਲਕਾ, ਤੂੰ ਗਹਿਰ ਗੰਭੀਰ ਹੈ, ਮਾਨੋ ਇੱਕ ਡੂੰਘਾ ਸਮੁੰਦਰ ਹੈ। ਤੂੰ ਗੁਣੀ ਗਹੀਰਾ ਵੱਡੇ ਜਿਗਰੇ ਵਾਲਾ ਹੈ। ਤੂੰ ਬੇਅੰਤ ਗੁਣਾ ਵਾਲਾ ਹੈ। ਕੋਈ ਵੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ। ਤੂੰ ਕਿੰਨਾ ਵੱਡਾ ਹੈ ਇਹ ਗੱਲ ਲੱਭਣ ਵਾਸਤੇ ਸਭ ਸੁਰਤੀ ਮਿਲ ਸੁਰਤ ਕਮਾਈ। ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਯੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਮੁੜ ਯਤਨ ਕੀਤੇ। ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ। ਵੱਡੇ ਵੱਡੇ ਪ੍ਰਸਿੱਧ ਸ਼ਾਸਤਰ ਵੇਦਤਾ ਵਿਚਾਰਵਾਨਾਂ ਨੇ ਆਪੂ ਵਿੱਚ ਇੱਕ ਦੂਜੇ ਦੀ ਸਹਾਇਤਾ ਲੈ ਕੇ ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਵੀ ਕੋਸ਼ਿਸ਼ ਕੀਤੀ। ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਪਰ ਤੇਰੀ ਵਡਿਆਈ ਦਾ ਇੱਕ ਤਿਲ ਜਿੰਨਾ ਵੀ ਹਿੱਸਾ ਨਹੀਂ ਦੱਸ ਸਕੇ। ਵਿਚਾਰਵਾਨ ਕੀ ਤੇ ਸਿੱਧ ਜੋਗੀ ਕੀ ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਵੀ ਨਹੀਂ ਲਗਾ ਸਕਿਆ। ਪਰ ਵਿਚਾਰਵਾਨਾਂ ਦੇ ਸਭ ਸਤ ਸਭ ਤਪ ਸਭ ਚੰਗਿਆਈਆਂ, ਸਾਰੇ ਭਲੇ ਕੰਮ, ਸਾਰੇ ਤਪ ਤੇ ਸਾਰੇ ਗੁਣ, ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਸਿੱਧ ਲੋਕਾਂ ਦੀਆਂ ਰਿੱਧੀਆਂ ਸਿੱਧੀਆਂ ਆਦ ਵੱਡੇ ਵੱਡੇ ਕੰਮ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ। ਇਹ ਕਾਮਯਾਬੀ ਕਿਸੇ ਨੂੰ ਵੀ ਤੇਰੀ ਸਹਾਇਤਾ ਤੇਰੀ ਬਖਸ਼ਿਸ਼ ਦੇ ਬਗੈਰ ਹਾਸਿਲ ਨਹੀਂ ਹੋਈ। ਜਿਸ ਕਿਸੇ ਨੂੰ ਵੀ ਸਿੱਧੀ ਪ੍ਰਾਪਤ ਹੋਈ ਹੈ ਤੇਰੀ ਮਹਿਰ ਨਾਲ ਹੀ ਪ੍ਰਾਪਤ ਹੋਈ। ਕਰਮ ਮਿਲੈ ਨਹੀਂ ਠਾਕ ਰਹਾਈਆ। ਤੇ ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿੱਚ ਰੋਕ ਨਹੀਂ ਪਾ ਸਕਿਆ। ਆਖਣ ਵਾਲਾ ਕਿਆ ਵਿਚਾਰਾ। ਜੀਵ ਦੀ ਕੀ ਪਾਇਆ ਹੈ ਕਿ ਉਹ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ। ਸਿਫਤੀ ਭਰੇ ਤੇਰੇ ਭੰਡਾਰਾ। हे ਪ੍ਰਭੂ ਤੇਰੇ ਗੁਣਾਂ ਦੇ ਮਾਨੋ ਖਜ਼ਾਨੇ ਭਰੇ ਪਏ ਹਨ। ਜਿਸ ਨੂੰ ਦੇ ਤਿਸੇ ਕਿਆ ਚਾਰਾ। ਜਿਸ ਨੂੰ ਤੂੰ ਸਿਫਤ ਸਲਾਹ ਕਰਨ ਦੀ ਦਾਤ ਬਖਸ਼ਦਾ ਹੈ ਉਸ ਦੇ ਰਾਹ ਵਿੱਚ ਰੁਕਾਵਟ ਪਾਉਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਕਿਉਂਕਿ ਨਾਨਕ ਸੱਚ ਸਵਾਰਨ ਹਾਰਾ। हे ਨਾਨਕ ਕਹਿ, हे ਪ੍ਰਭੂ ਤੂੰ ਸਦਾ ਕਾਇਮ ਰਹਿਣ ਵਾਲਾ ਹੈ। ਉਸ ਭਾਗਾਂ ਵਾਲੇ ਨੂੰ ਸਵਾਰਨ ਵਾਲਾ ਤੂੰ ਆਪ ਹੀ ਹੈ। ਸਿਫਤ ਸਲਾਹ ਦੇ ਇਸ ਸ਼ਬਦ ਦੇ ਬਾਅਦ ਅਗਲੇ ਸ਼ਬਦ ਵਿੱਚ ਨਾਮ ਦਾ ਉਪਦੇਸ਼ ਕੀਤਾ ਗਿਆ। ਆਸਾ ਮਹੱਲਾ ਪਹਿਲਾ। ਆਖਾਂ ਜੀਵਾ ਵਿਸਰੈ ਮਰ ਜਾਓ। ਆਖਣ ਔਖਾ ਸਾਚਾ ਨਾਮ। साचे नाम की लाग्या भूख। उत भूखे खाए चलिया दुख। सो क्यों विसरै मेरी माए। साचा साहिब साचा नाए रहाओ। साचे नाम की तिल वडियाई। आख थके कीमत नहीं पाई। जे सब मिल के आखण पाहे। वड्डा न होवे काट न जाए। ना उमरे न होवे सोग। देंदा रहे न चुकै भोग। गुणे हो और ना ही कोय। ना को होआ ना को होए। जेवड़ आप तेवड़ तेरी रात। जिन दिन करके कीती रात। कसम विसारे ते कमजात। नानक नावे बाज सनात। पहला पद अर्थ देखते हैं। आखा मतलब कहाँ। जदों मैं हरि नाम उचारदा जीवा जीवा मैं जियो पैंदा हाँ। मेरे अंदर आत्मक जीवन पैदा हो जाता है। मर जाऊं मैं मर जाता हाँ। विकारां दे कारण मेरा आत्मक जीवन मुक जाता है। मेरी आत्मक मौत हो जाती है। साचा सदा कायम रहने वाला वो अकाल पुरख। उत यानी उस ये लफ्ज़ उस का कारण कारक है जिवें जिस तो जित बनया है। इस तरह उस उत भुख है उस भुख के कारण यानी जो परमात्मा नूं मिलन की भुख है ना उस भुख के कारण। खाए
नाम भोजन खा के चलिए दूर हो जाते हैं, चले जाते हैं। माए हे माँ नाए नाम दे राही, साचे नाए सदा कायम रहने वाले हरि नाम दे राही, ज्यों ज्यों सदा स्थिर रहने वाला हरि नाम सिमरिए। क्यों विसरे कदे ना भूले, क्यों विसरे भी क्यों। रहाओ दी पंक्ति से तिल रत्ता पर भी आख के बयान करके सब सारे जीव आखण पाए, आखण का जतन करन, सोग यानी अफसोस, देंदा ना चूके नहीं मुकदा, भोग वरतना, गुण यही गुण यही खूबी को कोई होर हुआ होया है, ना होए ना ही होवेगा। जेवड़ जितना वड्डा, तेवड़ उतनी वड्डी, जिन जिसने करके पैदा करके विसारे भुला देंदे हैं ते ਉਹ ਬੰਦੇ यानी बहुवचन है इत्थे कम जात भैड़ी जात वाले, कम जात नावेबाज, हर नाम दे नाम तो बिना, सनात नीच। इस शब्द का अर्थ होया आखा जीवा विसरै मर जाओ। ज्यों ज्यों मैं परमात्मा का नाम सिमरदा हाँ त्यों त्यों मेरे अंदर आत्मक जीवन पैदा होता है, पर जदों मैनू प्रभु का नाम भुल जाता है मेरी आत्मक मौत हो जाती है। ये पता होंदिया होया भी आखने औखा साचा नाम, सदा कायम रहने वाले परमात्मा का नाम सिमरना बहुत औखा है, बहुत औखा काम जापदा है। साचे नाम की लाग्या भूख, उत भूखे खाए चलिया दुख। जिस मनुख के अंदर सदा स्थिर प्रभु का नाम सिमरन की तांग पैदा हो जाती है, उस तांग की बरकत नाल हरि नाम का भोजन खा के उसके सारे दुख दूर हो जाते हैं। सो क्यों विसरै मेरी माए, साचा साहिब साचा नाए रहाओ। ये रहाओ की पंक्ति है, केंद्रीय भाव है शब्द का कि हे मेरी माँ, अरदास कर कि वह परमात्मा मैनू कदे भी ना भुले। ज्यों ज्यों उस सदा कायम रहने वाले प्रभु का नाम सिमरिए त्यों त्यों वो सदा कायम रहने वाला मालक मन विच आ वसदा है। साचे नाम की तिल वडियाई, आख थके कीमत नहीं पाई। सदा कायम रहने वाले प्रभु के नाम की दत्ता जिन्नी भी महिमा बयान करके सारे जीव थक गए हैं, बयान नहीं कर सकते। कोई भी नहीं दस सकिया कि परमात्मा के बराबर की किहड़ी हस्ती है। जे सब मिलके आखड़ पाए, वड्डा न होवे काट न जाए। जे जगत के सारे ही जीव रल के प्रभु की वडियाई बयान करन दा जतन करन तां ओ प्रभु अपने असले नालों वड्डा नहीं हो जाता, अते जे कोई भी उसकी वडियाई ना करे तां ओ अगे नालों घट नहीं जाता। उसनूं अपनी सत्ता दा लालच नहीं है। ना उमरे ना होवे सोग, ਉਹ प्रभु ना कदे मरदा है अते ना ही उसकी खातर सोग होंदा है। देंदा रहे न चुक्या भोग, ਉਹ सदा जीवां नूं रिजक देंदा है। उसदियां दित्तियां दातां दा वरतना कदे भी मुक्ता नहीं, उसदियां दातां वरतन नाल कदे मुक्तियां नहीं। गुण हो और ना ही कोई, ना को होआ ना को होए। उसकी वडियाई खूबी ये है कि कोई होर उस वर्गा है ही नहीं, उस वर्गा अजे तक ना कोई होया है अते ना ही कोई कदे होवेगा। जेवड़ आप तेवड़ तेरी दाद, हे प्रभु जितना बेअंत तू आप है उतनी ही बेअंत तेरी बख्शिश। जिन दिन करके कीती रात, तू ऐसा है जिसने दिन बनाया है ते रात भी बनाई है। कसम विसारे ते कमजात, नाम तो खुंजे हुए जीव नीच हैं। नानक नावे बाज सनात, हे नानक ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ ਜੋ ਅਜਿਹੇ ਖਸਮ ਪ੍ਰਭੂ ਨੂੰ ਭੁਲਾ ਦਿੰਦੇ ਹਨ। ਭਾਈ ਵੀਰ ਸਿੰਘ ਜੀ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਦੇ ਹਨ ਕਿ ਜਦ ਮਾਤਾ ਤ੍ਰਿਪਤਾ ਨੇ ਪੁੱਛਿਆ ਸੀ ਕਿ ਨਾਮ ਨੂੰ ਸਦਾ ਕਿਉਂ ਲੱਗੇ ਰਹਿੰਦੇ ਹੋ, ਤਦ ਗੁਰੂ ਜੀ ਨੇ ਜੋ ਉੱਤਰ ਦਿੱਤਾ ਸੀ ਸੋ ਇਸ ਸ਼ਬਦ ਵਿੱਚ ਹੈ। ਇਸੇ ਨਾਲ ਹੀ ਅੱਜ ਦਾ ਇਹ ਸੈਸ਼ਨ ਸਮਾਪਤ ਹੁੰਦਾ ਹੈ। ਤਹੇ ਦਿਲੋਂ ਆਪ ਸਭ ਦਾ ਧੰਨਵਾਦ ਅਰਥ ਕਰਦਿਆਂ ਬੇਨਤੀ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਸੰਗਤ ਬਖਸ਼ਣਹਾਰ ਹੈ, ਖਿਮਾ ਬਖਸ਼ਣੀ। ਵਾਹਿਗੁਰੂ ਆਪ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਆਪਣੇ ਵਿਚਾਰ ਸੁਝਾਅ ਹੇਠਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਹੁਣ ਦਿਓ ਇਜਾਜ਼ਤ, ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇਸੇ ਪ੍ਰਸੰਗ ਨੂੰ ਜਾਰੀ ਰੱਖਦੇ ਹੋਏ।
तद तक पाओ गुरु वालों बख्शी हुई फतेह दी सांझ। वाहिगुरु जी का खालसा, वाहिगुरु जी की फतेह।